ਜ਼ਿੰਦਗੀ ਅਤੇ ਮੌਤ ਤੱਕ ਦੀ ਮੁਕੰਮਲ ਕਹਾਣੀ ਨੂੰ ਜਾਣਨ ਲਈ ਇਸ ਵੀਡੀਓ ਨੂੰ ਅੰਤ ਤੱਕ ਵੇਖਣਾ। ਇਹ ਪੁੱਤਰ ਖੜਕ ਸਿੰਘ ਨੂੰ ਮਹਾਰਾਜ ਥਾਪ ਦਿੱਤਾ ਗਿਆ, ਜੋ ਜਲਦੀ ਹੀ ਅੰਦਰੂਨੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਿਆ। ਜੰਮੂ ਦੇ ਡੋਗਰੇ ਭਰਾਵਾਂ ਨੇ ਉਸ ਦੇ ਉੱਤੇ ਅੰਗਰੇਜ਼ਾਂ ਨਾਲ ਸਮਝੌਤਾ ਕਰਨ ਦੇ ਦੋਸ਼ ਲਗਾ ਕੇ ਉਸ ਨੂੰ ਕੈਦ ਕਰਵਾ ਦਿੱਤਾ ਅਤੇ ਰਾਜਗੱਦੀ ਉਸ ਦੇ ਪੁੱਤਰ ਕੁੰਵਰ ਨੌਨਿਹਾਲ ਸਿੰਘ ਨੂੰ ਸੌਂਪ ਦਿੱਤੀ ਗਈ। ਇਸ ਦੌਰਾਨ ਬੰਦੀ ਬਣਾਏ ਗਏ ਮਹਾਰਾਜਾ ਖੜਕ ਸਿੰਘ ਦੀ 1840 ਈਸਵੀ ਵਿੱਚ ਕੈਦ ਦੇ ਦੌਰਾਨ ਹੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮਹਾਰਾਜਾ ਨੌਨਿਹਾਲ ਸਿੰਘ ਨੂੰ ਸਾਜ਼ਿਸ਼ਾਂ ਦਾ ਸ਼ਿਕਾਰ ਬਣਾਇਆ ਗਿਆ। ਖੜਕ ਸਿੰਘ ਦੀ ਮੌਤ ਤੋਂ ਕੁਝ ਦਿਨ ਬਾਅਦ ਹੀ ਮਹਾਰਾਜਾ ਨੌਨਿਹਾਲ ਸਿੰਘ ਉੱਤੇ ਮਹਿਲ ਦੀ ਦੀਵਾਰ ਦਾ ਇੱਕ ਹਿੱਸਾ ਡਿੱਗ ਪਿਆ, ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ। ਸਹੀ ਇਲਾਜ ਨਾ ਮਿਲਣ ਦੇ ਕਾਰਨ ਕੁੰਵਰ ਨੌਨਿਹਾਲ ਸਿੰਘ ਦੀ ਵੀ 1840 ਦੌਰਾਨ ਹੀ ਮੌਤ ਹੋ ਗਈ। ਕੁਝ ਇਤਿਹਾਸਕਾਰਾਂ ਵੱਲੋਂ ਦੀਵਾਰ ਦਾ ਇੱਕ ਹਿੱਸਾ ਡਿੱਗਣ ਦੀ ਘਟਨਾ ਨੂੰ ਵੀ ਸਾਜ਼ਿਸ਼ ਕਰਾਰ ਦਿੱਤਾ ਗਿਆ। ਮਹਾਰਾਜਾ ਨੌਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਵਜ਼ੀਰ ਧਿਆਨ ਸਿੰਘ ਡੋਗਰਾ ਅਤੇ ਸਾਥੀਆਂ ਨੇ ਮਹਾਰਾਜਾ ਖੜਕ ਸਿੰਘ ਦੀ ਵਿਧਵਾ ਰਾਣੀ ਚੰਦ ਕੌਰ ਨੂੰ ਗੱਦੀ ਤੇ ਬਿਠਾ ਦਿੱਤਾ ਅਤੇ ਰਾਜ ਭਾਗ ਦਾ ਕੰਮ ਆਪ ਸਾਂਭ ਲਿਆ। ਰਾਜਗੱਦੀ ਦਾ ਇੱਕ ਹੋਰ ਦਾਅਵੇਦਾਰ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਹੋਰ ਪੁੱਤਰ ਸ਼ੇਰ ਸਿੰਘ ਵੀ ਸੀ, ਜਿਸ ਨੂੰ ਮਹਾਰਾਜੇ ਨੇ ਬਟਾਲੇ ਦਾ ਇਲਾਕਾ ਸੌਂਪਿਆ ਹੋਇਆ ਸੀ। 1841 ਈਸਵੀ ਵਿੱਚ ਡੋਗਰਿਆਂ ਦੇ ਕਹਿਣ ਤੇ ਹੀ ਸ਼ੇਰ ਸਿੰਘ ਨੇ ਲਾਹੌਰ ਤੇ ਹਮਲਾ ਕੀਤਾ, ਜਿਸ ਨੂੰ ਲਾਹੌਰ ਦਰਬਾਰ ਵੱਲੋਂ ਕਰੜੀ ਟੱਕਰ ਦਿੱਤੀ ਗਈ। ਬਾਅਦ ਵਿੱਚ ਹੋਏ ਸਮਝੌਤੇ ਤਹਿਤ ਰਾਣੀ ਚੰਦ ਕੌਰ ਨੂੰ ਗੱਦੀ ਛੱਡਣ ਲਈ ਰਾਜ਼ੀ ਕਰ ਲਿਆ ਗਿਆ ਤੇ 18 ਜਨਵਰੀ 1941 ਈਸਵੀ ਨੂੰ ਸ਼ੇਰ ਸਿੰਘ ਨੂੰ ਮਹਾਰਾਜ ਥਾਪ ਦਿੱਤਾ ਗਿਆ। ਰਾਣੀ ਚੰਦ ਕੌਰ ਇਸ ਤੋਂ ਬਾਅਦ ਲਾਹੌਰ ਛੱਡ ਕੇ ਚਲੀ ਗਈ। ਮਹਾਰਾਜਾ ਸ਼ੇਰ ਸਿੰਘ ਸ਼ਿਕਾਰ ਖੇਡਣ ਅਤੇ ਹੋਰ ਦਿਲ ਪਰਚਾਵਿਆਂ ਵਿੱਚ ਉਲਝਿਆ ਰਿਹਾ ਤੇ ਰਾਜ ਭਾਗ ਦੀ ਵਾਗਡੋਰ ਅਸਿੱਧੇ ਤੌਰ ਤੇ ਡੋਗਰਿਆਂ ਦੇ ਹੱਥ ਰਹੀ। ਇਸੇ ਦੌਰਾਨ ਡੋਗਰਿਆਂ ਨੂੰ ਸੂਹ ਮਿਲੀ ਕਿ ਸ਼ੇਰ ਸਿੰਘ ਰਾਣੀ ਚੰਦ ਕੌਰ ਨੂੰ ਮੁੜ ਲਾਹੌਰ ਲਿਆਉਣਾ ਚਾਹੁੰਦਾ ਹੈ, ਤਾਂ ਉਹਨਾਂ ਨੇ ਰਾਣੀ ਚੰਦ ਕੌਰ ਦਾ ਕਤਲ ਕਰਵਾ ਦਿੱਤਾ। ਕੁਝ ਹੀ ਸਮੇਂ ਬਾਅਦ ਮਹਾਰਾਜਾ ਸ਼ੇਰ ਸਿੰਘ ਅਤੇ ਧਿਆਨ ਸਿੰਘ ਡੋਗਰੇ ਦੇ ਸਬੰਧ ਵਿਗੜ ਗਏ ਅਤੇ ਆਖਿਰਕਾਰ ਮਹਾਰਾਜਾ ਨੇ ਧਿਆਨ ਸਿੰਘ ਦੇ ਕਤਲ ਦਾ ਫਰਮਾਨ ਜਾਰੀ ਕਰਵਾ ਦਿੱਤਾ। ਇਸ ਦਾ ਪਤਾ ਲੱਗਦਿਆਂ ਹੀ ਧਿਆਨ ਸਿੰਘ ਨੇ ਆਪਣੇ ਖੇਮੇ ਦੇ ਦਰਬਾਰੀਆਂ ਨਾਲ ਮਿਲ ਕੇ ਮਹਾਰਾਜਾ ਸ਼ੇਰ ਸਿੰਘ ਨੂੰ ਹੀ ਕਤਲ ਕਰਨ ਦੀ ਯੋਜਨਾ ਘੜ ਲਈ। 15 ਸਤੰਬਰ 1843 ਈਸਵੀ ਨੂੰ ਇੱਕ ਬੰਦੂਕ ਦੀ ਪਰਖ ਕਰਨ ਦੇ ਬਹਾਨੇ ਮਹਾਰਾਜਾ ਸ਼ੇਰ ਸਿੰਘ ਤੇ ਹਮਲਾ ਕਰਵਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ਦੇ ਇੱਕ ਨਾਬਾਲਿਗ ਪੁੱਤਰ ਨੂੰ ਵੀ ਮਾਰ ਦਿੱਤਾ ਗਿਆ। ਇਸ ਕਤਲੋਗਾਰਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਵਿੱਚੋਂ ਕੇਵਲ 2 ਹੀ ਜਣੇ ਬਚੇ ਸਨ, ਜਿਨ੍ਹਾਂ ਵਿੱਚੋਂ ਇੱਕ ਮਹਾਰਾਜੇ ਦੀ ਆਖਰੀ ਪਤਨੀ ਰਾਣੀ ਜਿੰਦਾ ਸੀ ਅਤੇ ਦੂਸਰਾ ਉਸ ਦਾ ਪੁੱਤਰ ਕੁੰਵਰ ਦਲੀਪ ਸਿੰਘ, ਜੋ ਉਸ ਵੇਲੇ ਮਹਿਜ 5 ਸਾਲਾਂ ਦਾ ਸੀ। ਇਸ ਦੌਰਾਨ ਰਾਜ ਭਾਗ ਤੇ ਅਸਿੱਧੇ ਤੌਰ ਤੇ ਕਾਬਜ ਧਿਆਨ ਸਿੰਘ ਡੋਗਰਾ ਤੇ ਸੰਧਾ ਵਾਲੀਆ ਸਰਦਾਰਾਂ ਦੀ ਅਸਲੀਅਤ ਸਾਹਮਣੇ ਆਈ ਤਾਂ ਇਹਨਾਂ ਦੋਹਾਂ ਨੂੰ ਲਾਹੌਰ ਦਰਬਾਰ ਵੱਲੋਂ ਕਤਲ ਕਰਵਾ ਦਿੱਤਾ ਗਿਆ। ਧਿਆਨ ਸਿੰਘ ਡੋਗਰਾ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਹੀਰਾ ਸਿੰਘ ਨੇ ਲਾਹੌਰ ਦਰਬਾਰ ਤੇ ਕਬਜ਼ਾ ਕਰ ਲਿਆ। ਸਤੰਬਰ 1843 ਵਿੱਚ ਉਸਨੇ ਮਹਾਰਾਜੇ ਦੇ ਨਾਬਾਲਿਗ ਪੁੱਤਰ ਕੁੰਵਰ ਦਲੀਪ ਸਿੰਘ ਨੂੰ ਮਹਾਰਾਜਾ ਥਾਪ ਦਿੱਤਾ ਅਤੇ ਖੁਦ ਵਜ਼ੀਰ ਬਣ ਗਿਆ। ਅਗਲੇ 2 ਸਾਲਾਂ ਦੌਰਾਨ ਲਾਹੌਰ ਦਰਬਾਰ ਵਿੱਚ ਵੱਡੀ ਹਲਚਲ ਹੁੰਦੀ ਰਹੀ ਅਤੇ ਕਤਲੋਗਾਰਤ ਵੀ ਚੱਲਦੀ ਰਹੀ। ਇਸ ਦੌਰਾਨ ਹੀਰਾ ਸਿੰਘ ਡੋਗਰਾ ਮਾਰਿਆ ਗਿਆ ਤੇ ਮਹਾਰਾਣੀ ਜਿੰਦਾ ਨੂੰ ਰਾਜ ਭਾਗ ਦੀ ਦੇਖ-ਰੇਖ ਲਈ ਮਹਾਰਾਜਾ ਦਲੀਪ ਸਿੰਘ ਦਾ ਰੀਜੈਂਟ ਬਣਾ ਦਿੱਤਾ ਗਿਆ। 1845-46 ਅਤੇ 1848-49 ਵਿੱਚ ਲਾਹੌਰ ਦਰਬਾਰ ਯਾਨੀ ਸਿੱਖਾਂ ਅਤੇ ਅੰਗਰੇਜ਼ਾਂ ਦੀਆਂ 2 ਵੱਡੀਆਂ ਜੰਗਾਂ ਹੋਈਆਂ, ਜਿਨ੍ਹਾਂ ਵਿੱਚ ਲਾਹੌਰ ਦਰਬਾਰ ਨੂੰ ਕੁਝ ਗਦਾਰਾਂ ਕਾਰਨ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਸਿੱਖ ਰਾਜ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਅੰਗਰੇਜ਼ਾਂ ਨੇ ਤੁਰੰਤ ਕਾਰਵਾਈ ਕਰਦਿਆਂ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਹੱਥ ਹੇਠ ਕਰ ਲਿਆ ਤੇ ਮਹਾਰਾਣੀ ਜਿੰਦਾ ਨੂੰ ਸ਼ੇਖਪੁਰਾ ਦੇ ਕਿਲ੍ਹਾ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। 1849 ਈਸਵੀ ਵਿੱਚ ਮਹਾਰਾਣੀ ਨੂੰ ਨੇਪਾਲ ਭੇਜ ਦਿੱਤਾ ਗਿਆ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਮਹਾਰਾਣੀ ਜਿੰਦਾ ਉਕਤ ਕਿਲ੍ਹੇ ਚੋਂ ਫਰਾਰ ਹੋ ਕੇ ਨੇਪਾਲ ਪਹੁੰਚੇ ਸਨ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਨਾਬਾਲਿਗ ਮਹਾਰਾਜਾ ਦਲੀਪ ਸਿੰਘ ਨੂੰ ਲਾਹੌਰ ਦੇ ਇੱਕ ਅੰਗਰੇਜ਼ ਡਾਕਟਰ ਜੌਨ ਸਪੈਂਸਰ ਲੌਗਿਨ ਦੇ ਹਵਾਲੇ ਕਰ ਦਿੱਤਾ, ਜਿਸ ਨੇ ਆਪਣੇ ਬੱਚਿਆਂ ਦੇ ਨਾਲ ਹੀ ਦਲੀਪ ਸਿੰਘ ਦਾ ਪਾਲਣ ਪੋਸ਼ਣ ਅੰਗਰੇਜ਼ ਬੱਚਿਆਂ ਵਾਂਗ ਹੀ ਕਰਨਾ ਸ਼ੁਰੂ ਕਰ ਦਿੱਤਾ। ਦਸੰਬਰ 1849 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਇੱਕ ਕਾਫਲੇ ਦੇ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਫਤਿਹਗੜ੍ਹ ਵਿਖੇ ਲੈ ਗਏ। ਇੱਥੇ ਹੀ 1853 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਦੇ ਕੇਸ ਕੱਟ ਦਿੱਤੇ ਗਏ ਅਤੇ ਉਸ ਨੂੰ ਈਸਾਈ ਧਰਮ ਕਬੂਲ ਕਰਵਾ ਦਿੱਤਾ ਗਿਆ। ਇੱਥੋਂ ਹੀ ਅੰਗਰੇਜ਼ ਕਲਕੱਤੇ ਦੀ ਬੰਦਰਗਾਹ ਤੋਂ ਸਮੁੰਦਰੀ ਜਹਾਜ਼ ਰਾਹੀਂ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਏ। ਮਹਾਰਾਜਾ ਦਲੀਪ ਸਿੰਘ ਨੂੰ 13 ਸਾਲਾਂ ਬਾਅਦ ਆਪਣੀ ਮਾਂ ਮਹਾਰਾਣੀ ਜਿੰਦਾ ਨਾਲ ਕਲਕੱਤੇ ਵਿਖੇ ਹੀ ਮਿਲਣ ਦੀ ਇਜਾਜ਼ਤ ਦਿੱਤੀ ਗਈ। ਉਦੋਂ ਤੱਕ ਦਲੀਪ ਸਿੰਘ ਪੂਰੀ ਤਰ੍ਹਾਂ ਈਸਾਈ ਧਰਮ ਨੂੰ ਅਪਣਾ ਚੁੱਕਿਆ ਸੀ। ਮਹਾਰਾਣੀ ਜਿੰਦਾ ਨੇ ਉਸ ਨੂੰ ਮਿਲ ਕੇ ਉਸ ਦੇ ਬਦਲੇ ਰੂਪ ਤੇ ਦੁੱਖ ਪ੍ਰਗਟ ਕੀਤਾ ਅਤੇ ਉਸ ਨੂੰ ਉਸ ਦੀ ਅਸਲੀਅਤ ਅਤੇ ਉਸ ਦੇ ਆਪਣੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ। ਇੱਥੋਂ ਹੀ ਮਹਾਰਾਜਾ ਦਲੀਪ ਸਿੰਘ ਅੰਗਰੇਜ਼ਾਂ ਦੀ ਇਜਾਜ਼ਤ ਲੈ ਕੇ ਮਹਾਰਾਣੀ ਜਿੰਦਾ ਨੂੰ ਆਪਣੇ ਨਾਲ ਇੰਗਲੈਂਡ ਲੈ ਆਇਆ। ਮਹਾਰਾਜਾ ਦਲੀਪ ਸਿੰਘ ਨੇ ਮਹਾਰਾਣੀ ਜਿੰਦਾ ਨੂੰ ਭਰੋਸਾ ਦਿਵਾਇਆ ਕਿ ਉਹ ਨਾ ਕੇਵਲ ਸਿੱਖ ਧਰਮ ਨੂੰ ਮੁੜ ਤੋਂ ਅਪਣਾਏਗਾ, ਬਲਕਿ ਆਪਣਾ ਖੁੱਸਿਆ ਹੋਇਆ ਰਾਜ ਵੀ ਵਾਪਸ ਲਵੇਗਾ। ਫਿਕਰਾਂ ਅਤੇ ਬਿਮਾਰੀਆਂ ਦੀ ਝੰਬੀ ਮਹਾਰਾਣੀ ਜਿੰਦ ਕੌਰ ਦੀ ਆਖਿਰਕਾਰ 1863 ਵਿੱਚ ਮੌਤ ਹੋ ਗਈ। ਮਹਾਰਾਜਾ ਦਲੀਪ ਸਿੰਘ ਦੀ ਇੱਛਾ ਦੇ ਵਿਰੁੱਧ ਮਹਾਰਾਣੀ ਦਾ ਅੰਤਿਮ ਸੰਸਕਾਰ ਇੰਗਲੈਂਡ ਵਿੱਚ ਹੀ ਕੀਤਾ ਗਿਆ, ਪਰੰਤੂ ਮਹਾਰਾਣੀ ਦੀਆਂ ਅਸਥੀਆਂ ਭਾਰਤ ਵਿੱਚ ਜਲ ਪ੍ਰਵਾਹ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। ਮਹਾਰਾਜਾ ਦਲੀਪ ਸਿੰਘ ਨੇ ਖੁਦ ਨਾਸਿਕ ਦੇ ਕੋਲ ਗੋਦਾਵਰੀ ਨਦੀ ਵਿੱਚ ਮਹਾਰਾਣੀ ਦੀਆਂ ਅਸਥੀਆਂ ਪ੍ਰਵਾਹ ਕੀਤੀਆਂ, ਕਿਉਂਕਿ ਅੰਗਰੇਜ਼ਾਂ ਨੇ ਉਸ ਨੂੰ ਪੰਜਾਬ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਭਾਰਤ ਤੋਂ ਮੁੜਦਿਆਂ ਮਹਾਰਾਜਾ ਦਲੀਪ ਸਿੰਘ ਦੀ ਮੁਲਾਕਾਤ ਮਿਸਰ ਦੇ ਇੱਕ ਵਪਾਰੀ ਦੀ ਲੜਕੀ ਬੰਬਾ ਮੂਲਰ ਨਾਲ ਹੋਈ, ਜਿਸ ਤੋਂ ਬਾਅਦ 1864 ਈਸਵੀ ਵਿੱਚ ਦੋਹਾਂ ਦਾ ਵਿਆਹ ਕਰਵਾ ਦਿੱਤਾ ਗਿਆ। ਇਸ ਵਿਆਹ ਵਿੱਚੋਂ ਮਹਾਰਾਜੇ ਦੇ 3 ਪੁੱਤਰ ਅਤੇ 3 ਪੁੱਤਰੀਆਂ ਦਾ ਜਨਮ ਹੋਇਆ। ਮਹਾਰਾਜੇ ਦੇ ਸਭ ਤੋਂ ਵੱਡੇ ਪੁੱਤਰ ਵਿਕਟਰ ਐਲਬਰਟ ਜੈ ਦਲੀਪ ਸਿੰਘ ਦਾ ਜਨਮ 1866 ਵਿੱਚ ਹੋਇਆ, ਜਿਸ ਦਾ ਵਿਆਹ ਰਾਜਕੁਮਾਰੀ ਐਨੀ ਦੇ ਨਾਲ ਕਰਵਾਇਆ ਗਿਆ। ਇਸ ਜੋੜੇ ਦੇ ਘਰ ਕਿਸੇ ਬੱਚੇ ਨੇ ਜਨਮ ਨਹੀਂ ਲਿਆ।
ਰਾਜਕੁਮਾਰ ਵਿਕਟਰ ਦੀ ਮੌਤ 1918 ਵਿੱਚ ਫਰਾਂਸ ਵਿਖੇ ਹੋਈ। ਦਲੀਪ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਦਾ ਨਾਮ ਐਲਬਰਟ ਐਡਵਰਡ ਅਲੈਗਜ਼ੈਂਡਰ ਸੀ, ਜਿਸ ਦੀ ਮੌਤ ਕੇਵਲ 13 ਸਾਲਾਂ ਦੀ ਉਮਰ ਵਿੱਚ ਹੀ ਨਮੂਨੀਆ ਨਾਲ ਹੋ ਗਈ ਸੀ। ਇਸ ਤੋਂ ਇਲਾਵਾ ਮਹਾਰਾਜੇ ਦੇ ਵਿਚਕਾਰਲੇ ਪੁੱਤਰ ਫਰੈਡਰਿਕ ਵਿਕਟਰ ਦਾ ਜਨਮ 1868 ਵਿੱਚ ਹੋਇਆ, ਜਦੋਂ ਕਿ ਉਸ ਦੀ ਮੌਤ 1926 ਵਿੱਚ ਹੋਈ। ਫਰੈਡਰਿਕ ਫੌਜ ਵਿੱਚ ਕਪਤਾਨ ਸੀ ਅਤੇ ਉਸ ਨੂੰ ਘੋੜਸਵਾਰੀ ਦਾ ਬਹੁਤ ਸ਼ੌਂਕ ਸੀ। ਫਰੈਡਰਿਕ ਵੀ ਬੇਔਲਾਦ ਸਨ, ਜਿਸ ਕਾਰਨ ਉਹਨਾਂ ਦਾ ਵੰਸ਼ ਅੱਗੇ ਨਹੀਂ ਵਧ ਸਕਿਆ। ਮਹਾਰਾਜਾ ਦਲੀਪ ਸਿੰਘ ਦੀ ਸਭ ਤੋਂ ਵੱਡੀ ਪੁੱਤਰੀ ਦਾ ਨਾਮ ਰਾਜਕੁਮਾਰੀ ਬਾਂਬਾ ਸੋਫੀਆ ਸਦਰਲੈਂਡ ਸੀ, ਜਿਸ ਦਾ ਜਨਮ 1869 ਵਿੱਚ ਹੋਇਆ। ਰਾਜਕੁਮਾਰੀ ਬਾਂਬਾ ਨੇ ਲਾਹੌਰ ਦੇ ਹੀ ਇੱਕ ਡਾਕਟਰ ਡੇਵਿਡ ਸਦਰਲੈਂਡ ਦੇ ਨਾਲ ਵਿਆਹ ਕਰਵਾਇਆ ਸੀ, ਜਿਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ। 1957 ਈਸਵੀ ਵਿੱਚ ਰਾਜਕੁਮਾਰੀ ਬਾਂਬਾ ਦੀ ਵੀ ਮੌਤ ਹੋ ਗਈ ਅਤੇ ਉਹ ਬੇਔਲਾਦ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਏ। ਇਸੇ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਦੀ ਇੱਕ ਹੋਰ ਬੇਟੀ ਰਾਜਕੁਮਾਰੀ ਸੋਫੀਆ ਅਲੈਗਜ਼ੈਂਡਰਾ ਦਾ ਜਨਮ 1876 ਈਸਵੀ ਵਿੱਚ ਹੋਇਆ ਸੀ। ਰਾਜਕੁਮਾਰੀ ਸੋਫੀਆ ਇੰਗਲੈਂਡ ਦੀਆਂ ਮਹਿਲਾਵਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੇ ਸੰਗਠਨ ਦੀ ਸਰਗਰਮ ਵਰਕਰ ਸੀ ਅਤੇ ਉਸਨੇ ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਚੱਲੇ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਰਾਜਕੁਮਾਰੀ ਸੋਫੀਆ ਦੇ ਵੀ ਕੋਈ ਔਲਾਦ ਨਹੀਂ ਸੀ ਅਤੇ 1948 ਈਸਵੀ ਵਿੱਚ ਉਸ ਦੀ ਵੀ ਮੌਤ ਹੋ ਗਈ। ਮਹਾਰਾਣੀ ਬਾਂਬਾ ਮੂਲਰ ਤੋਂ ਮਹਾਰਾਜਾ ਦਲੀਪ ਸਿੰਘ ਦੀ ਇੱਕ ਹੋਰ ਬੇਟੀ ਰਾਜਕੁਮਾਰੀ ਕੈਥਰੀਨ ਹਿਲਡਾ ਦਲੀਪ ਸਿੰਘ ਸੀ, ਜਿਸ ਦਾ ਜਨਮ 1871 ਈਸਵੀ ਵਿੱਚ ਹੋਇਆ ਸੀ। ਰਾਜਕੁਮਾਰੀ ਕੈਥਰੀਨ ਨੇ ਆਪਣੀ ਪੂਰੀ ਜ਼ਿੰਦਗੀ ਵਿਆਹ ਨਹੀਂ ਕਰਵਾਇਆ। 1942 ਵਿੱਚ ਕੈਥਰੀਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ ਸੀ। ਮਹਾਰਾਜਾ ਦਲੀਪ ਸਿੰਘ ਦਾ ਦੂਜਾ ਵਿਆਹ ਐਡਾ ਡਗਲਸ ਨਾਲ ਹੋਇਆ ਸੀ, ਜਿਸ ਤੋਂ ਉਸ ਦੀਆਂ 2 ਬੇਟੀਆਂ ਸਨ। ਇਨ੍ਹਾਂ ਵਿੱਚੋਂ ਰਾਜਕੁਮਾਰੀ ਪਾਉਲਿਨ ਅਲੈਗਜ਼ੈਂਡਰਾ ਦਾ ਜਨਮ 1887 ਵਿੱਚ ਹੋਇਆ। ਰਾਜਕੁਮਾਰੀ ਪਾਉਲਿਨ ਦਾ ਵਿਆਹ 1914 ਵਿੱਚ ਲੈਫਟੀਨੈਂਟ ਜੌਨ ਸਿਰਲੇ ਨਾਲ ਹੋਇਆ, ਜੋ ਵਿਆਹ ਤੋਂ 1 ਸਾਲ ਬਾਅਦ ਹੀ ਪਹਿਲੇ ਵਿਸ਼ਵ ਯੁੱਧ ਵਿੱਚ ਮਾਰਿਆ ਗਿਆ, ਜਿਸ ਕਾਰਨ ਰਾਜਕੁਮਾਰੀ ਦੇ ਕੋਈ ਔਲਾਦ ਨਾ ਹੋਈ। 1941 ਈਸਵੀ ਵਿੱਚ ਰਾਜਕੁਮਾਰੀ ਪਾਉਲਿਨ ਦੀ ਵੀ ਮੌਤ ਹੋ ਗਈ। ਇਸ ਤੋਂ ਪਹਿਲਾਂ ਹੀ ਮਹਾਰਾਜੇ ਦੀ ਦੂਜੀ ਪਤਨੀ ਐਡਾ ਡਗਲਸ ਦੀ ਵੀ 1930 ਵਿੱਚ ਮੌਤ ਹੋ ਗਈ ਸੀ। ਇਸੇ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਦੀ ਆਖਰੀ ਪੁੱਤਰੀ ਰਾਜਕੁਮਾਰੀ ਐਡਾ ਆਇਰਨ ਦਾ ਜਨਮ 1899 ਈਸਵੀ ਵਿੱਚ ਹੋਇਆ ਸੀ। ਰਾਜਕੁਮਾਰੀ ਐਡਾ ਆਇਰਨ ਨੇ ਇੱਕ ਪੈਰਿਸ ਨਿਵਾਸੀ ਨਾਲ ਵਿਆਹ ਕਰਵਾਇਆ ਸੀ, ਪਰੰਤੂ ਉਸ ਦੇ ਵੀ ਕੋਈ ਔਲਾਦ ਨਾ ਹੋਈ। 1926 ਈਸਵੀ ਵਿੱਚ ਰਾਜਕੁਮਾਰੀ ਐਡਾ ਆਇਰਨ ਦੀ ਲਾਸ਼ ਮੌਂਟੀ ਕਾਰਲੋ ਨੇੜੇ ਸਮੁੰਦਰ ਵਿੱਚੋਂ ਬਰਾਮਦ ਹੋਈ। ਦੱਸਿਆ ਗਿਆ ਕਿ ਉਸਨੇ ਖੁਦਕੁਸ਼ੀ ਕਰ ਲਈ ਸੀ, ਪਰੰਤੂ ਉਸ ਦੀ ਮੌਤ ਇੱਕ ਭੇਦ ਹੀ ਰਹੀ। ਸਿੱਖ ਰਾਜ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੇ ਸਾਰੇ ਬੱਚੇ ਬੇਸ਼ੱਕ ਸ਼ਾਹੀ ਜ਼ਿੰਦਗੀ ਬਤੀਤ ਕਰਦੇ ਰਹੇ, ਪਰੰਤੂ ਦਲੀਪ ਸਿੰਘ ਦੇ ਮਨ ਵਿੱਚ ਹਮੇਸ਼ਾ ਪੰਜਾਬ ਆਉਣ ਦੀ ਕਸਕ ਰਹੀ। ਮਹਾਰਾਜਾ ਦਲੀਪ ਸਿੰਘ ਨੇ ਆਪਣੇ ਅੰਤਲੇ ਸਾਲਾਂ ਦੌਰਾਨ ਕਈ ਵਾਰ ਆਪਣੇ ਬੱਚਿਆਂ ਸਣੇ ਭਾਰਤ ਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰੰਤੂ ਇਹ ਕੋਸ਼ਿਸ਼ਾਂ ਅੰਗਰੇਜ਼ਾਂ ਨੇ ਸਫਲ ਨਹੀਂ ਹੋਣ ਦਿੱਤੀਆਂ। ਇਸ ਤਰ੍ਹਾਂ ਮਹਾਰਾਜਾ ਦਲੀਪ ਸਿੰਘ ਆਪਣੇ ਰਾਜ ਅਤੇ ਆਪਣੀ ਜਨਮ ਭੂਮੀ ਨੂੰ ਵੇਖਣ ਅਤੇ ਮਾਣਨ ਦਾ ਗਮ ਆਪਣੇ ਅੰਦਰ ਲੈ ਕੇ ਹੀ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਇਹਨਾਂ ਦੁੱਖਾਂ ਦੇ ਕਾਰਨ ਹੀ ਮਹਾਰਾਜਾ ਦਲੀਪ ਸਿੰਘ ਦੀ 22 ਅਕਤੂਬਰ 1893 ਵਿੱਚ ਕੇਵਲ 55 ਸਾਲਾਂ ਦੀ ਉਮਰ ਵਿੱਚ ਹੀ ਮੌਤ ਹੋ ਗਈ। ਬੇਸ਼ੱਕ ਮਹਾਰਾਜਾ ਦਲੀਪ ਸਿੰਘ ਨੇ 1884 ਵਿੱਚ ਫਿਰ ਤੋਂ ਸਿੱਖ ਧਰਮ ਅਪਣਾ ਲਿਆ ਸੀ, ਪਰੰਤੂ ਅੰਗਰੇਜ਼ਾਂ ਨੇ ਮਹਾਰਾਜੇ ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਦੇ ਇਰਾਦੇ ਨਾਲ ਉਸ ਦੀਆਂ ਅੰਤਿਮ ਰਸਮਾਂ ਈਸਾਈ ਧਰਮ ਦੇ ਅਨੁਸਾਰ ਹੀ ਨਿਭਾਈਆਂ। ਮਹਾਰਾਜੇ ਦੇ ਸਰੀਰ ਨੂੰ ਈਸਾਈ ਧਰਮ ਦੇ ਅਨੁਸਾਰ ਹੀ ਇੰਗਲੈਂਡ ਦੇ ਐਲਵੀਡਨ ਚਰਚ ਵਿੱਚ ਦਫਨਾਇਆ ਗਿਆ। ਇਸੇ ਹੀ ਥਾਂ ਤੇ ਮਹਾਰਾਣੀ ਬਾਂਬਾ ਮੂਲਰ ਅਤੇ ਇਹਨਾਂ ਦੇ ਸਭ ਤੋਂ ਛੋਟੇ ਪੁੱਤਰ ਰਾਜਕੁਮਾਰ ਐਡਵਰਡ ਦੀਆਂ ਕਬਰਾਂ ਵੀ ਸਥਿਤ ਹਨ। ਮਹਾਰਾਜਾ ਦਲੀਪ ਸਿੰਘ ਦੇ ਬਾਕੀ ਦੋਨਾਂ ਪੁੱਤਰਾਂ ਰਾਜਕੁਮਾਰ ਵਿਕਟਰ ਐਲਬਰਟ ਅਤੇ ਰਾਜਕੁਮਾਰ ਫਰੈਡਰਿਕ ਨੂੰ ਇੰਗਲੈਂਡ ਦੇ ਈਟਨ ਕਾਲਜ ਵਿੱਚ ਸਥਿਤ ਕਬਰਸਤਾਨ ਵਿੱਚ ਦਫਨਾਇਆ ਗਿਆ। ਮਹਾਰਾਜਾ ਦਲੀਪ ਸਿੰਘ ਦੇ ਕਿਸੇ ਵੀ ਵਾਰਸ ਦੇ ਅੱਗੇ ਕੋਈ ਔਲਾਦ ਨਾ ਹੋਣ ਦੇ ਵਰਤਾਰੇ ਨੂੰ ਵੀ ਵੱਖ-ਵੱਖ ਇਤਿਹਾਸਕਾਰਾਂ ਵੱਲੋਂ ਅੰਗਰੇਜ਼ਾਂ ਦੀ ਇੱਕ ਸਾਜ਼ਿਸ਼ ਕਰਾਰ ਦਿੱਤਾ ਗਿਆ। ਉਸ ਸਮੇਂ ਖਾਲਸਾ ਰਾਜ ਦੇ ਮੁਕੰਮਲ ਇਲਾਕੇ ਤੇ ਅੰਗਰੇਜ਼ਾਂ ਦਾ ਕਬਜ਼ਾ ਸੀ। ਅੰਗਰੇਜ਼ਾਂ ਨੂੰ ਡਰ ਸੀ ਕਿ ਜੇਕਰ ਮਹਾਰਾਜਾ ਦਲੀਪ ਸਿੰਘ ਜਾਂ ਉਸ ਦਾ ਕੋਈ ਵਾਰਸ ਪੰਜਾਬ ਪਹੁੰਚ ਗਿਆ ਤਾਂ ਅੰਗਰੇਜ਼ੀ ਰਾਜ ਦੇ ਵਿਰੁੱਧ ਵੱਡੀ ਬਗਾਵਤ ਹੋ ਸਕਦੀ ਹੈ। ਇਸੇ ਕਾਰਨ ਉਹਨਾਂ ਮਹਾਰਾਜਾ ਦਲੀਪ ਸਿੰਘ ਅਤੇ ਉਸ ਦੇ ਵਾਰਸਾਂ ਨੂੰ ਲੱਗਦੀ ਵਾਹ ਪੰਜਾਬ ਨਹੀਂ ਆਉਣ ਦਿੱਤਾ। ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਤੇ ਖੋਜ ਕਰਨ ਵਾਲੇ ਲੇਖਕ ਪੀਟਰ ਬੈਂਸ ਨੇ ਲਿਖਿਆ ਹੈ ਕਿ ਅੰਗਰੇਜ਼ਾਂ ਵੱਲੋਂ ਮਹਾਰਾਜਾ ਦਲੀਪ ਸਿੰਘ ਦੇ ਵੰਸ਼ ਨੂੰ ਫੈਲਣ ਤੋਂ ਰੋਕਣ ਲਈ ਕਈ ਤਰ੍ਹਾਂ ਦੀਆਂ ਗੁਪਤ ਪਾਬੰਦੀਆਂ ਲਗਾਈਆਂ ਗਈਆਂ। ਉਹਨਾਂ ਇਹ ਵੀ ਲਿਖਿਆ ਕਿ ਅੰਗਰੇਜ਼ਾਂ ਵੱਲੋਂ ਮਹਾਰਾਜਾ ਦਲੀਪ ਸਿੰਘ ਦੇ ਵਾਰਸਾਂ ਦੇ ਖਿਲਾਫ ਵੱਡੀਆਂ ਸਾਜ਼ਿਸ਼ਾਂ ਨੂੰ ਅੰਜਾਮ ਦਿੱਤਾ ਗਿਆ। ਇਸ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਵੱਡੀਆਂ ਘਾਲਨਾਵਾਂ ਘਾਲ ਕੇ ਸਥਾਪਿਤ ਕੀਤੇ ਗਏ ਇੱਕ ਆਜ਼ਾਦ ਸਿੱਖ ਰਾਜ ਦਾ ਕੋਈ ਵਾਰਸ ਇਸ ਦੁਨੀਆ ਤੇ ਨਹੀਂ ਰਿਹਾ ਤੇ ਅੰਗਰੇਜ਼ਾਂ ਦੀਆਂ ਸਾਜ਼ਿਸ਼ਾਂ ਕਾਰਨ ਸ਼ਾਹਨਾਮਾ ਤੇ ਸਿੱਖ ਰਾਜ ਦਾ ਅੰਤ ਹੋ ਗਿਆ।